ਆਨੰਦ ਸਾਹਿਬ। ਆਨੰਦ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਤੇ ਰਾਗ ਰਾਮਕਲੀ ਵਿੱਚ ਹੈ। ਸਾਰੀਆਂ ਬਾਣੀਆਂ ਵਿੱਚੋਂ ਆਨੰਦ ਦਾ ਦਿਨ ਵਿੱਚ ਕਈ ਵਾਰੀ ਪਾਠ ਹੁੰਦਾ ਹੈ। ਹਰ ਅਵਸਰ 'ਤੇ ਭੋਗ ਪੈਣ ਵੇਲੇ ਇਹ ਬਾਣੀ ਪੜ੍ਹੀ ਜਾਂਦੀ ਹੈ। ਜਿਵੇਂ ਕਿਸੇ ਖੋਜੀ ਨੂੰ ਚਿਰਾਂ ਤੋਂ ਕਿਸੇ ਉੱਤਮ ਵਸਤ ਦੀ ਭਾਲ ਹੋਵੇ ਅਤੇ ਉਹ ਵਸਤ ਉਸ ਨੂੰ ਅਚਾਨਕ ਮਿਲ ਜਾਏ ਤਾਂ ਉਹਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਬੜੇ ਚਿਰਾਂ ਤੋਂ ਸੱਚੇ ਗੁਰੂ ਅਤੇ ਰਹਿਬਰ ਦੀ ਭਾਲ ਵਿੱਚ ਸਨ। ਜਦ ਉਹਨਾਂ ਨੂੰ ਅਚਾਨਕ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੋਏ ਤਾਂ ਮਨ ਨੂੰ ਉਹਨਾਂ ਦੀ ਖੁਸ਼ੀ ਦਾ ਸੋਮਾ ਫੁੱਟ ਪਿਆ। ਉਹਨਾਂ ਨੇ ਇਸ ਬੇਅੰਤ ਖੁਸ਼ੀ ਨੂੰ ਇਲਾਹੀ ਬਾਣੀ ਦੇ ਰੂਪ ਵਿੱਚ ਅੰਕਿਤ ਕੀਤਾ, ਜਿਸ ਨੂੰ ਉਹਨਾਂ ਨੇ ਆਨੰਦ ਸਾਹਿਬ ਦਾ ਨਾਂ ਦਿੱਤਾ। ਆਨੰਦ ਸ਼ਬਦ ਦਾ ਸਧਾਰਨ ਅਰਥ ਬੇਅੰਤ ਖੁਸ਼ੀ ਕਰ ਸਕਦੇ ਹਾਂ, ਜਿਹੜੀ ਸੁਨਹਿਰੇ ਆਤਮਿਕ ਰੰਗ ਵਿੱਚ ਰੰਗੀ ਹੋਵੇ। ਵਾਸਤਵ ਵਿੱਚ ਸਾਡੇ ਪੁਰਾਣੇ ਸ਼ਾਸਤਰ ਉਪਨਿਸ਼ਦ ਆਨੰਦ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਆਧਾਰ ਮੰਨਦੇ ਹਨ। ਸਾਰੀ ਉਤਪਤੀ ਹੀ ਆਨੰਦ ਤੋਂ ਹੁੰਦੀ ਹੈ। ਗੁਰੂ ਅਮਰਦਾਸ ਜੀ ਨੇ ਆਪਣੀ ਇਸ ਬਾਣੀ ਵਿੱਚ ਇਸ ਦੀ ਸੁੰਦਰਤਾ ਹਰ ਪੱਖ ਤੋਂ ਵਰਣਨ ਕੀਤੀ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੇ ਪਿਆਰੇ ਬੱਚੇ ਇਸ ਬਾਣੀ ਨੂੰ ਜ਼ੁਬਾਨੀ ਯਾਦ ਕਰਕੇ ਇਸ ਦਾ ਕੀਰਤਨ ਕਰਿਆ ਕਰਨਗੇ। ਆਨੰਦ ਸਾਹਿਬ ਵਿੱਚ ਇਹ ਗੱਲ ਖਾਸ ਧਿਆਨਯੋਗ ਹੈ ਕਿ ਹਰ ਪੌੜੀ ਦੀ ਪਹਿਲੀ ਤੁਕ ਵਿੱਚ ਜੇ ਵਿਚਾਰ ਦਿੱਤਾ ਗਿਆ ਹੈ, ਪਾਠਕ ਦੇ ਮਨ ਵਿੱਚ ਉਸ ਪ੍ਰਤੀ ਡੂੰਘਾ ਪ੍ਰਭਾਵ ਪਾਉਣ ਲਈ ਉਸੇ ਵਿਚਾਰ ਨੂੰ ਪੌੜੀ ਦੀ ਅੰਤਲੀ ਤੁਕ ਵਿੱਚ ਦੁਹਰਾਇਆ ਗਿਆ ਹੈ। ਛਪਾਈ ਵਿੱਚ ਵੀ ਅਸੀਂ ਹਰ ਪੌੜੀ ਦੀ ਪਹਿਲੀ ਤੇ ਅੰਤਲੀ ਤੁਕ ਨੂੰ ਵਿਸ਼ੇਸ਼ਤਾ ਦਿੱਤੀ ਹੈ। ਏਕ ਓਂਕਾਰ ਸਤਿਗੁਰ ਪ੍ਰਸਾਦ। ਏਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਰਾਮਕਲੀ ਮਹੱਲਾ ਤੀਜਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ ਜਿਨ। ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ। ਸਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਪਰਮਾਤਮਾ ਇੱਕ ਹੈ ਤੇ ਸਤਿਗੁਰ ਦੀ ਮਿਹਰ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਰਾਮਕਲੀ ਰਾਗ ਵਿੱਚ ਤੀਜੀ ਪਾਤਸ਼ਾਹੀ ਦੀ ਰਚਨਾ ਹੈ। ਹੇ ਮੇਰੀ ਮਾਤਾ, ਮੇਰਾ ਹਿਰਦਾ ਆਨੰਦ ਨਾਲ ਭਰਪੂਰ ਹੈ, ਕਿਉਂਕਿ ਮੈਨੂੰ ਸੱਚਾ ਗੁਰੂ ਮਿਲ ਗਿਆ ਹੈ। ਮੈਨੂੰ ਸਤਿਗੁਰ ਸਹਿਜ ਸੁਭਾਅ ਹੀ ਮਿਲੇ ਹਨ, ਜਿਸ ਕਰਕੇ ਮੇਰੇ ਮਨ ਵਿੱਚ ਬੇਅੰਤ ਖੁਸ਼ੀ ਦੀਆਂ ਵਧਾਈਆਂ ਵੱਜ ਰਹੀਆਂ ਹਨ। ਰਤਨਾ ਵਾਂਗ ਸੁੰਦਰ ਰਾਗ ਰਗਨੀਆਂ ਪਰਿਵਾਰ ਸਮੇਤ ਉਸ ਦੀ ਉਸਤਤੀ ਦੇ ਗੀਤ ਗਾਉਣ ਆਈਆਂ ਹਨ। ਤੁਸੀਂ ਜਿਨ੍ਹਾਂ ਨੇ ਮਨ ਵਿੱਚ ਪ੍ਰਮਾਤਮਾ ਨੂੰ ਵਸਾ ਲਿਆ ਹੈ, ਹਰੀ ਦੇ ਜਸ ਦੇ ਗੀਤ ਗਾਓ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਮੇਰੇ ਮਨ ਵਿੱਚ ਆਨੰਦ ਦਾ ਪ੍ਰਵਾਹ ਚੱਲ ਪਿਆ ਹੈ, ਕਿਉਂਕਿ ਮੈਨੂੰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮਿਲਾਪ ਹੋਇਆ ਹੈ। ਮੇਰੇ ਮਨ ਤੂੰ ਸਦਾ ਹਰੀ ਦੇ ਨਾਲ ਰਹਿ। ਮੇਰੇ ਮਨ ਤੂੰ ਹਰੀ ਦੇ ਨਾਲ ਰਹਿ, ਜੋ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਪਰਮਾਤਮਾ ਤੇਰੇ ਅੰਗ ਸੰਗ ਸਹਾਈ ਰਹੇਗਾ ਤੇ ਤੇਰੇ ਸਾਰੇ ਕੰਮ ਸਵਾਰੇਗਾ। ਉਹ ਸੁਆਮੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ, ਉਸ ਨੂੰ ਮਨ ਤੋਂ ਕਿਉਂ ਵਿਸਾਰਿਆ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਹੇ ਮੇਰੇ ਮਨ ਤੂੰ ਸਦਾ ਹਰੀ ਦੇ ਨਾਲ ਰਹਿ। ਹੇ ਮੇਰੇ ਸੱਚੇ ਸਾਹਿਬ, ਤੇਰੇ ਘਰ ਕੀ ਕੁਝ ਨਹੀਂ ਹੈ, ਪਰ ਜਿਸ ਤੇ ਤੇਰੀ ਮਿਹਰ ਹੁੰਦੀ ਹੈ ਤੂੰ ਉਸ ਤੇ ਹੀ ਬਖਸ਼ਿਸ਼ਾਂ ਕਰਦਾ ਹੈ। ਤੇਰੇ ਘਰ ਵਿੱਚ ਤਾਂ ਸਭ ਕੁਝ ਹੈ। ਸਦਾ ਤੇਰੀ ਉਸਤਤ ਕਰਨ ਨਾਲ ਹੀ ਮਨ ਵਿੱਚ ਤੇਰਾ ਵਾਸ ਹੁੰਦਾ ਹੈ। ਜਿਨ੍ਹਾਂ ਦੇ ਮਨ ਵਿੱਚ ਤੇਰਾ ਨਾਮ ਵਸ ਜਾਂਦਾ ਹੈ, ਉਹਨਾਂ ਦੇ ਹਿਰਦੇ ਵਿੱਚ ਖੁਸ਼ੀਆਂ ਦੇ ਵਾਜੇ ਵੱਜਦੇ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਹੇ ਸੱਚੇ ਸਾਹਿਬ, ਤੇਰੇ ਘਰ ਕੀ ਕੁਝ ਨਹੀਂ ਹੈ, ਅਰਥਾਤ ਸਭ ਕੁਝ ਹੈ। ਪ੍ਰਭੂ ਦਾ ਸੱਚਾ ਨਾਮ ਮੇਰੇ ਜੀਵਨ ਦਾ ਆਧਾਰ ਹੈ, ਕਿਉਂਕਿ ਇਸ ਨੇ ਮੇਰੀਆਂ ਸਾਰੀਆਂ ਭੁੱਖਾਂ ਦੂਰ ਕਰਕੇ ਮੈਨੂੰ ਸੰਤੁਸ਼ਟ ਕਰ ਦਿੱਤਾ ਹੈ।
ਇਸ ਨਾਲ ਮੈਨੂੰ ਸ਼ਾਂਤੀ ਮਿਲੀ ਹੈ, ਮੇਰੇ ਮਨ ਵਿੱਚ ਸੁੱਖ ਵਸ ਗਿਆ ਹੈ ਅਤੇ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ। ਮੈਂ ਸਦਾ ਲਈ ਐਸੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਦੀਆਂ ਇੰਨੀਆਂ ਸਿਫਤਾਂ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਦੇ ਸ਼ਬਦ ਨਾਲ ਪਿਆਰ ਕਰੋ, ਕਿਉਂਕਿ ਇਹ ਮੇਰੇ ਜੀਵਨ ਦਾ ਆਧਾਰ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਸਾਚੀ ਲਿਵੇ ਬਿਨ ਦੇ ਨਿਮਾਣੀ ਲਿਵੇ ਬਾਜੋ। ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰੱਥ ਕੋਏ ਨਹੀਂ। ਕਿਰਪਾ ਕਰ ਬਨਵਾਰਿਆ ਇਸ ਨਉ ਹਰ ਥਾਉ ਨਹੀਂ। ਸ਼ਬਦ ਲਾਗ ਸਵਾਰਿਆ ਕਹੇ ਨਾਨਕ ਲਿਵੇ ਬਾਜੋ। ਕਿਆ ਕਰੇ ਵਿਚਾਰਿਆ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਕ ਕਟੇ। ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ। ਤਿਨਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਤਾਂ ਸੋ ਜਨ ਦੇ। ਜਿਸਨੂੰ ਹੋਰ ਕਿਆ ਕਰੇ ਬੇਚਾਰਿਆ। ਇੱਕ ਪਰਮ ਪੂਲੇ ਫਿਰੇ ਦੈ ਦੇ ਸਿੱਖ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਭਾਣਾ ਪਾਵੇ। ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਜਿੱਥੇ ਸ਼ਬਦ ਕੀਰਤਨ ਹੁੰਦਾ ਹੈ ਉਹ ਵੱਡੇ ਭਾਗਾਂ ਵਾਲਾ ਘਰ ਹੈ। ਉਹ ਘਰ ਸੱਚਮੁੱਚ ਵੱਡੇ ਭਾਗਾਂ ਵਾਲਾ ਹੈ ਜਿੱਥੇ ਸ਼ਬਦ ਕੀਰਤਨ ਹੁੰਦਾ ਹੈ ਤੇ ਆਨੰਦ ਅਤੇ ਸ਼ਾਂਤੀ ਪ੍ਰਵੇਸ਼ ਕਰਦੀ ਹੈ। ਉਹਨਾਂ ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਰੂਪੀ ਦੈਂਤਾਂ ਦੇ ਪ੍ਰਭਾਵ ਤੋਂ ਰਹਿਤ ਕਰ ਦਿੱਤਾ ਹੈ ਤੇ ਰਾਹ ਵਿੱਚੋਂ ਮੌਤ ਦਾ ਕੰਡਾ ਦੂਰ ਕਰ ਦਿੱਤਾ ਹੈ। ਜਿਨ੍ਹਾਂ ਦੇ ਭਾਗਾਂ ਵਿੱਚ ਤੂੰ ਧਿਰੋਂ ਹੀ ਲਿਖ ਦਿੱਤਾ ਹੈ ਉਹ ਹੀ ਹਰੀ ਦਾ ਨਾਮ ਜਪਦੇ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਉਸ ਘਰ ਵਿੱਚ ਸੁੱਖ ਸ਼ਾਂਤੀ ਦਾ ਵਾਸ ਹੋਇਆ ਹੈ ਤੇ ਰੂਹਾਨੀ ਖੁਸ਼ੀ ਦਾ ਵਾਜਾ ਵੱਜਿਆ ਹੈ। ਜਿੰਨਾ ਚਿਰ ਤੱਕ ਮਨ ਦੀ ਬਿਰਤੀ ਨਹੀਂ ਟਿਕਦੀ ਉਹਨਾਂ ਚਿਰ ਇਹ ਸਰੀਰ ਬਿਲਕੁਲ ਨਿਮਾਣਾ ਹੈ, ਕਿਉਂਕਿ ਇਹ ਸੱਚੀ ਲਿਵ ਬਿਨਾਂ ਬਿਲਕੁਲ ਸ਼ਕਤੀ ਰਹਿਤ ਹੈ। ਤੇਰੇ ਬਿਨਾਂ ਕੋਈ ਸ਼ਕਤੀਸ਼ਾਲੀ ਨਹੀਂ। ਹੇ ਪ੍ਰਭੂ ਤੂੰ ਕਿਰਪਾ ਕਰ ਤੇ ਇਸ ਨੂੰ ਸੱਚੀ ਲਿਵ ਬਖਸ਼। ਇਸ ਨੂੰ ਹੋਰ ਕੋਈ ਥਾਂ ਨਹੀਂ, ਕੇਵਲ ਸ਼ਬਦ ਨਾਲ ਲੱਗ ਕੇ ਹੀ ਇਹ ਆਪਣੇ ਆਪ ਨੂੰ ਸਵਾਰ ਸਕਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਸੱਚੀ ਲਿਵ ਬਿਨਾਂ ਇਹ ਸਰੀਰ ਬਿਲਕੁਲ ਨਿਕੰਮਾ ਹੈ। ਸਾਰੇ ਹੀ ਆਨੰਦ ਕਰਦੇ ਹਨ, ਪਰ ਆਨੰਦ ਗੁਰੂ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਆਨੰਦ ਦੀ ਪ੍ਰਾਪਤੀ ਸਦਾ ਹੀ ਗੁਰੂ ਤੋਂ ਹੁੰਦੀ ਹੈ ਤੇ ਇਹ ਪ੍ਰਾਪਤੀ ਉਹ ਕਰਦਾ ਹੈ ਜਿਸ ਤੇ ਗੁਰੂ ਆਪਣੀ ਬਖਸ਼ਿਸ਼ ਕਰੇ। ਆਪਣੀ ਮਿਹਰ ਨਾਲ ਗੁਰੂ ਨੇ ਸਭ ਪਾਪ ਧੋ ਦਿੱਤੇ ਹਨ ਤੇ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ ਹੈ। ਜਿਨ੍ਹਾਂ ਦਾ ਦਿਲੋਂ ਮੋਹ ਟੁੱਟ ਗਿਆ ਹੈ ਉਹਨਾਂ ਨੂੰ ਸੱਚੇ ਸ਼ਬਦ ਨੇ ਸਵਾਰ ਦਿੱਤਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਇਹ ਉਹ ਆਨੰਦ ਜਿਹੜਾ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਹੇ ਈਸ਼ਵਰ, ਜਿਸ ਨੂੰ ਤੂੰ ਇਹ ਆਨੰਦ ਦਿੰਦਾ ਹੈ ਉਹ ਹੀ ਇਸ ਨੂੰ ਪ੍ਰਾਪਤ ਕਰਦਾ ਹੈ। ਕੇਵਲ ਉਹ ਹੀ ਪੁਰਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਦਿੰਦਾ ਹੈ। ਦੂਜਾ ਵਿਚਾਰਾ ਕੀ ਕਰ ਸਕਦਾ ਹੈ? ਕਈ ਭਰਮਾਂ ਵਿੱਚ ਗਵਾਚੇ 10 ਦਿਸ਼ਾਵਾਂ ਵਿੱਚ ਮਾਰੇ ਫਿਰਦੇ ਹਨ, ਪਰ ਦੂਜੇ ਹਨ ਜੋ ਨਾਮ ਦਾ ਲੜ ਫੜ ਕੇ ਆਪਣੇ ਆਪ ਨੂੰ ਸਵਾਰ ਲੈਂਦੇ ਹਨ। ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿੱਤਰ ਹੋ ਗਿਆ ਹੈ, ਜਿਹੜੇ ਉਸ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਸ ਪਿਆਰੇ ਨੂੰ ਤੂੰ ਬਖਸ਼ਿਸ਼ ਕਰਦਾ ਹੈ ਉਸੇ ਨੂੰ ਹੀ ਇਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਕੇਰੀ। ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਪ ਗੁਰ ਕਉ। ਹੁਕਮ ਮੰਨੀਏ ਪਾਈਏ ਹੁਕਮ ਮੰਨਿਓ ਗੁਰੂ ਕੇਰਾ। ਗਾਵੋ ਸੱਚੀ ਬਾਣੀ ਕਹੇ ਨਾਨਕ ਸੁਨੋ ਸੰਤੋ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਠਗੌਲੀ ਪਾਇਆ। ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ। ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ।
अंतों न पाया किने तेरा, अपना आप तू जाने, जी जन सब खेल तेरा, क्या को आख वखाणे, आखे तां वेखे सब तू है, जिन जग तो पाया, कहे नानक तू सदा अगम है, तेरा अंत न पाया। प्यारे संत जनों, आओ उस ਅਕਥ ਪਰਮਾਤਮਾ ਦੇ ਗੁਣਾਂ 'ਤੇ ਵਿਚਾਰ ਕਰੀਏ, ਉਸ ਬਾਰੇ ਇਹ ਵਿਚਾਰ ਕਰੀਏ ਕਿ ਉਸ ਨੂੰ ਕਿਵੇਂ ਪ੍ਰਾਪਤ ਕਰੀਦਾ ਹੈ। ਤਨ ਮਨ ਧਨ ਸਭ ਕੁਝ ਗੁਰੂ ਦੀ ਭੇਟ ਕਰਕੇ ਅਤੇ ਉਸ ਦੇ ਹੁਕਮ ਨੂੰ ਮੰਨ ਕੇ ਉਸ ਨੂੰ ਪ੍ਰਾਪਤ ਕਰੀਦਾ ਹੈ। ਇਸ ਲਈ ਗੁਰੂ ਦਾ ਹੁਕਮ ਮੰਨੋ ਅਤੇ ਸੱਚੀ ਬਾਣੀ ਗਾਓ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ, ਉਸ ਪਰਮਾਤਮਾ ਦੇ ਗੁਣਾਂ ਦਾ ਕਥਨ ਕਰੋ ਜੋ ਕਥੇ ਨਹੀਂ ਜਾ ਸਕਦੇ। ਹੇ ਚੰਚਲ ਮਨ, ਚਤੁਰਾਈ ਨਾਲ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ। ਹੇ ਮੇਰੇ ਮਨ, ਧਿਆਨ ਨਾਲ ਸੁਣ, ਕਦੇ ਵੀ ਕਿਸੇ ਨੇ ਕਪਟ ਛਲ ਨਾਲ ਪ੍ਰਭੂ ਨੂੰ ਨਹੀਂ ਪਾਇਆ। ਇਹ ਮਨ ਨੂੰ ਮੋਹ ਲੈਣ ਵਾਲੀ ਮਾਇਆ ਪ੍ਰਭੂ ਨੇ ਬਣਾਈ ਹੈ। ਇਸ ਨੇ ਮਨੁੱਖ ਨੂੰ ਭਰਮ ਭੁਲੇਖਿਆਂ ਵਿੱਚ ਪਾ ਛੱਡਿਆ ਹੈ। ਮੈਂ ਉਸ ਪਰਮਾਤਮਾ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਇਸ ਮੋਹ ਨੂੰ ਇਤਨਾ ਬਲਵਾਨ ਬਣਾਇਆ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਹੇ ਚੰਚਲ ਮਨ, ਕਿਸੇ ਨੇ ਵੀ ਚਤੁਰਾਈ ਨਾਲ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ। ਪਿਆਰੇ ਮਨ, ਤੂੰ ਸਦਾ ਸੱਚੇ ਪਰਮਾਤਮਾ ਨੂੰ ਯਾਦ ਰੱਖ। ਇਹ ਟੱਬਰ ਟੋਰ ਜੋ ਤੂੰ ਵੇਖ ਰਿਹਾ ਹੈ ਤੇਰੇ ਨਾਲ ਨਹੀਂ ਚੱਲੇਗਾ। ਜਦ ਇਸ ਨੇ ਤੇਰੇ ਨਾਲ ਚੱਲਣਾ ਹੀ ਨਹੀਂ ਤਾਂ ਇਸ ਨਾਲ ਮੋਹ ਕਿਉਂ ਪਾਇਆ ਜਾਏ। ਐਸਾ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ ਜਿਸ ਨਾਲ ਅੰਤ ਨੂੰ ਪਛਤਾਉਣਾ ਪਵੇ। ਹੇ ਮਨ, ਤੂੰ ਸਤਿਗੁਰੂ ਦਾ ਉਪਦੇਸ਼ ਸੁਣ ਜੋ ਤੇਰਾ ਸਾਥ ਦੇਵੇਗਾ। ਗੁਰੂ ਅਮਰਦਾਸ ਜੀ ਮਨ ਨੂੰ ਸਮਝਾਉਂਦੇ ਕਹਿੰਦੇ ਹਨ ਕਿ ਤੂੰ ਸਦਾ ਸੱਚੇ ਪਰਮਾਤਮਾ ਨੂੰ ਯਾਦ ਰੱਖ। ਹੇ ਪਰਮਾਤਮਾ, ਤੂੰ ਮਨ ਅਤੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਤੇਰਾ ਅੰਤ ਕੋਈ ਨਹੀਂ ਪਾ ਸਕਿਆ, ਤੇਰਾ ਕੋਈ ਵੀ ਅੰਤ ਨਹੀਂ ਪਾ ਸਕਿਆ। ਤੂੰ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਇਹ ਸਾਰੇ ਜੀਵ ਜਨਤਾ ਦੀ ਰਚਨਾ ਤੇਰਾ ਖੇਲ ਹੈ। ਇਸ ਨੂੰ ਕੌਣ ਬਿਆਨ ਕਰ ਸਕਦਾ ਹੈ। ਆਖਣ ਤੇ ਵੇਖਣ ਵਾਲਾ ਤਾਂ ਤੂੰ ਹੈ ਜਿਸ ਨੇ ਇਸ ਜਗਤ ਦੀ ਰਚਨਾ ਕੀਤੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ, ਤੂੰ ਕਲਪਨਾ ਦੀ ਪਹੁੰਚ ਤੋਂ ਪਰੇ ਹੈ। ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲੱਭ ਲੋਭ ਅਹੰਕਾਰ ਚੂਕਾ, ਸਤਿਗੁਰ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ। ਜਿਉ ਤੂੰ ਚਲਾਏ ਤਿਵ ਚਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਸ ਤੂੰ ਚਲਾਏ ਤਿਵੇ ਚਲੇ, ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਏ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇਂ ਚਲਾਵੇ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਨਾਇਆ, ਇਹ ਤਿਨਕੇ ਮਨ ਵਸਿਆ, ਜਿਨ ਤੁਰੋ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ, ਗਲਾ ਗਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ। ਦੇਵਤੇ, ਮਨੁੱਖ ਅਤੇ ਰਿਸ਼ੀ ਮੁਨੀ ਜਿਸ ਅੰਮ੍ਰਿਤ ਨੂੰ ਲੱਭਦੇ ਹਨ ਸੋ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਹੋਇਆ ਹੈ। ਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਪ੍ਰਾਪਤ ਹੋਇਆ ਹੈ ਤੇ ਸੱਚਾ ਨਾਮ ਮਨ ਵਿੱਚ ਵਸਿਆ ਹੈ। ਇਹ ਸਾਰੇ ਜੀਵ ਜੰਤੂ ਤੇਰੇ ਰਚੇ ਹੋਏ ਹਨ ਤੇ ਕਈ ਤੇਰੀ ਰਚਨਾ ਨੂੰ ਤੇਰਾ ਹੀ ਰੂਪ ਜਾਣ ਕੇ ਪੂਜਦੇ ਹਨ। ਉਹਨਾਂ ਦਾ ਲੱਭ ਲੋਭ ਹੰਕਾਰ ਦੂਰ ਹੋ ਗਿਆ ਹੈ ਜਿਨ੍ਹਾਂ ਨੇ ਸਤਿਗੁਰੂ ਦਾ ਉਪਦੇਸ਼ ਉੱਤਮ ਜਾਣ ਕੇ ਮਨ ਵਿੱਚ ਵਸਾਇਆ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਸ ਤੇ ਪਰਮਾਤਮਾ ਦੀ ਮਿਹਰ ਹੋਈ ਹੋਵੇ ਉਸੇ ਨੂੰ ਹੀ ਗੁਰੂ ਤੋਂ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਭਗਤਾਂ ਦੀ ਰਹੁ ਰੀਤ ਵੱਖਰੀ ਹੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਜੀਵਨ ਪੰਧ ਬੜਾ ਕਠਿਨ ਹੁੰਦਾ ਹੈ। ਉਹ ਲੱਭ ਲੋਭ ਹੰਕਾਰ ਅਤੇ ਹੋਰ ਇੱਛਾਵਾਂ ਤਿਆਗ ਦਿੰਦੇ ਹਨ ਤੇ ਘੱਟ ਬੋਲਦੇ ਹਨ। ਉਹ ਰਾਹ ਖੰਡੇ ਦੀ ਧਾਰ ਤੋਂ ਤੇਜ਼ ਵਾਲੇ ਵਾਲ ਤੋਂ ਵੀ ਬਰੀਕ ਹੈ ਜਿਸ ਰਾਹ ਤੇ ਉਹਨਾਂ ਨੇ ਤੁਰਨਾ ਹੁੰਦਾ ਹੈ। ਗੁਰੂ ਦੀ ਮਿਹਰ ਨਾਲ ਜਿਨ੍ਹਾਂ ਨੇ ਆਪਾ ਤਿਆਗਿਆ ਹੈ ਉਹਨਾਂ ਦੇ ਅੰਦਰ ਹੀ ਹਰੀ ਦੇ ਨਾਮ ਦੀ ਮਹਿਕ ਪ੍ਰਵੇਸ਼ ਕਰਦੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਭਗਤਾਂ ਦੀ ਜੀਵਨ ਮਰਿਆਦਾ ਯੁਗਾ ਯੁਗਾਂਤਰਾਂ ਤੋਂ ਹੀ ਵੱਖਰੀ ਚੱਲੀ ਆਈ ਰਹੀ ਹੈ। ਹੇ ਈਸ਼ਵਰ, ਜੀਵਨ ਪੰਧ ਤੇ ਜਿਵੇਂ ਤੂੰ ਸਾਨੂੰ ਤੋਰਦਾ ਹੈ ਅਸੀਂ ਉਸੇ ਤਰ੍ਹਾਂ ਤੁਰਦੇ ਹਾਂ। ਤੇਰੇ ਗੁਣਾਂ ਨੂੰ ਅਸੀਂ ਕੀ ਜਾਣ ਸਕਦੇ ਹਾਂ।
ਜਿਨ੍ਹਾਂ ਨੂੰ ਤੂੰ ਭਗਤੀ ਦਾ ਰਾਹ ਦੱਸਿਆ ਹੈ ਉਹ ਵੀ ਉਂਝ ਹੀ ਚੱਲਦੇ ਹਨ ਜਿਵੇਂ ਤੂੰ ਚਲਾਉਂਦਾ ਹੈ। ਜਿਨ੍ਹਾਂ ਨੂੰ ਤੂੰ ਆਪਣੀ ਕਿਰਪਾ ਦੁਆਰਾ ਨਾਮ ਨਾਲ ਜੋੜਿਆ ਹੈ ਉਹ ਸਦਾ ਤੇਰਾ ਸਿਮਰਨ ਕਰਦੇ ਹਨ। ਜਿਸ ਨੂੰ ਤੂੰ ਆਪਣੀ ਕਥਾ ਸੁਣਾਉਂਦਾ ਹੈ ਉਹ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਮੁੱਖ ਸੁੱਖ ਪ੍ਰਾਪਤ ਕਰਦੇ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਹੇ ਸੱਚੇ ਸਾਹਿਬ, ਜਿੱਦਾਂ ਤੂੰ ਚਾਹੁੰਦਾ ਹੈ ਤਿਵੇਂ ਹੀ ਚਲਾਉਂਦਾ ਹੈ। ਤੂੰ ਮਰਜ਼ੀ ਦਾ ਮਾਲਕ ਹੈ ਅਤੇ ਜਿਵੇਂ ਤੂੰ ਚਾਹੁੰਦਾ ਹੈ ਤਿਵੇਂ ਹੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ। ਇਹ ਪ੍ਰਭੂ ਦੀ ਉਸਤਤ ਦਾ ਸੁੰਦਰ ਸੋਹਿਲਾ ਸਤਿਗੁਰੂ ਨੇ ਆਪ ਸੁਣਾਇਆ ਹੈ। ਇਹ ਉਹਨਾਂ ਦੇ ਮਨ ਵਿੱਚ ਵਸਿਆ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਤੁਰ ਦਰਗਾਹੋਂ ਲਿਖਿਆ ਹੋਇਆ ਹੈ। ਕਈ ਥਾਂ ਭਟਕਦੇ ਫਿਰਦੇ ਹਨ ਅਤੇ ਬਹੁਤ ਗੱਲਾਂ ਕਰਦੇ ਹਨ, ਪਰ ਗੱਲਾਂ ਰਾਹੀਂ ਉਹਨਾਂ ਨੂੰ ਕਿਸੇ ਨੇ ਨਹੀਂ ਪਾਇਆ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਪ੍ਰਭੂ ਦੀ ਉਸਤਤ ਦਾ ਸੋਹਿਲਾ ਸਤਿਗੁਰੂ ਨੇ ਆਪ ਸੁਣਾਇਆ ਹੈ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ। कहते पवित्र सुनते पवित्र से पवित्र जिनी मन वसाया। कहे नानक से पवित्र जिनी गुरमुख हर हर त्याया। कर्मी सहज न उपजे बिन सहजे सहसा न जाए। न जाए सहसा किते संजम रहे कर्म कमाए। सहसे ज्यों मलीन है कित संजम धोता जाए। मन धोवो शबद लागो हर स्यों रहो चित लाए। कहे नानक गुर प्रसादी सहज उपजे ए सहसा इव जाए। जियो मैले बारो निर्मल जियो त मैले। तिन्नी जन्म जुए हारिया ए तिसना वड्डा रोग लगा मरण मनो विसारिया। वेदा में नाम उत्तम सो सुने नाही फिरे ज्यों बेतालिया। कहे नानक जिन सच तजिया कूड़े लागे तिन्नी जन्म जुए हारिया। जियो निर्मल बारो त निर्मल जियो निर्मल। सतगुर ते करनी कमाणी कूड़ की सोए पहुँचे नाही मनसा सच समाणी। जन्म रतन जिनी खटिया भले से वंजारे। कहे नानक जिन मन निर्मल सदा रहो गुर नाले। ਉਹ ਮਨੁੱਖ ਪਵਿੱਤਰ ਹੋ ਗਏ ਹਨ ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਹੈ। ਉਹਨਾਂ ਨਾਲ ਲੱਗ ਕੇ ਉਹਨਾਂ ਦੇ ਮਾਤਾ ਪਿਤਾ ਪਰਿਵਾਰ ਅਤੇ ਸਾਰੀ ਸੰਗਤ ਵੀ ਪਵਿੱਤਰ ਹੋ ਗਈ ਹੈ। ਪਰਮਾਤਮਾ ਦੇ ਨਾਮ ਦਾ ਜਸ ਸੁਣਾਉਣ ਵਾਲੇ ਵੀ ਪਵਿੱਤਰ ਹੋ ਗਏ ਹਨ। ਉਸ ਦਾ ਨਾਮ ਸੁਣਨ ਵਾਲੇ ਵੀ ਪਵਿੱਤਰ ਹੋ ਗਏ ਹਨ ਅਤੇ ਉਹ ਵੀ ਪਵਿੱਤਰ ਹੋ ਗਏ ਹਨ ਜਿਨ੍ਹਾਂ ਨੇ ਉਸ ਨੂੰ ਮਨ ਵਿੱਚ ਵਸਾ ਲਿਆ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਉਹ ਪਵਿੱਤਰ ਹਨ ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਨੂੰ ਧਿਆਇਆ ਹੈ। ਕੇਵਲ ਕਰਮ ਕੀਤਿਆਂ ਹੀ ਸਹਿਜ ਉਹਦੇ ਹੁਕਮ ਵਿੱਚ ਸਦਾ ਖੁਸ਼ ਰਹਿਣ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਸਹਿਜ ਉਹਦੀ ਰਜ਼ਾ ਵਿੱਚ ਸਦਾ ਖੁਸ਼ ਰਹਿਣ ਤੋਂ ਬਿਨਾਂ ਭਰਮ ਭੁਲੇਖੇ ਦੂਰ ਨਹੀਂ ਹੁੰਦੇ। ਮਨ ਦਾ ਭਰਮ ਕਿਸੇ ਸਾਧਨ ਨਾਲ ਵੀ ਨਹੀਂ ਜਾਂਦਾ, ਭਾਵੇਂ ਕਿੰਨੇ ਕਰਮ ਕਿਉਂ ਨਾ ਕਰਦੇ ਰਹੀਏ, ਭਰਮ ਨਾਲ ਮਨ ਮਲੀਨ ਰਹਿੰਦਾ ਹੈ। ਇਸ ਨੂੰ ਕਿਸ ਢੰਗ ਨਾਲ ਧੋਤਾ ਜਾਏ। ਮਨ ਗੁਰੂ ਉਪਦੇਸ਼ ਦੁਆਰਾ ਪਰਮਾਤਮਾ ਨਾਲ ਜੁੜ ਕੇ ਨਿਰਮਲ ਹੁੰਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਸਹਿਜ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨ ਦੇ ਭਰਮ ਭੁਲੇਖੇ ਦੂਰ ਹੁੰਦੇ ਹਨ। ਜਿਨ੍ਹਾਂ ਦਾ ਮਨ ਮਲੀਨ ਹੈ ਪਰ ਵਿਖਾਵੇ ਦੀ ਨਿਰਮਲਤਾ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਨੇ ਮਨੁੱਖੀ ਜਨਮ ਵਿਅਰਥ ਗਵਾ ਲਿਆ ਹੈ। ਉਹ ਖਾਹਿਸ਼ਾਂ ਦੇ ਜਾਲ ਵਿੱਚ ਫਸ ਕੇ ਮੌਤ ਨੂੰ ਭੁਲਾ ਬੈਠੇ ਹਨ। ਵੇਦਾਂ ਵਿੱਚ ਜਿਸ ਉੱਤਮ ਨਾਮ ਦਾ ਵਰਣਨ ਕੀਤਾ ਗਿਆ ਹੈ ਉਹ ਉਸ ਨੂੰ ਨਹੀਂ ਸੁਣਦੇ ਅਤੇ ਭੂਤ ਪ੍ਰੇਤਾਂ ਦੀ ਨਿਆਈ ਬੇਚੈਨੀ ਵਿੱਚ ਮਾਰੇ ਫਿਰਦੇ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਹੜੇ ਸੱਚ ਨੂੰ ਤਿਆਗ ਕੇ ਝੂਠ ਦੇ ਜਾਲ ਵਿੱਚ ਫਸੇ ਹੋਏ ਹਨ ਉਹ ਆਪਣਾ ਜਨਮ ਵਿਅਰਥ ਗਵਾ ਬੈਠੇ ਹਨ। ਜਿਨ੍ਹਾਂ ਦਾ ਮਨ ਵੀ ਨਿਰਮਲ ਹੈ ਅਤੇ ਬਾਹਰੋਂ ਵੀ ਨਿਰਮਲ ਹਨ, ਉਹਨਾਂ ਆਪਣੇ ਜੀਵਨ ਨੂੰ ਗੁਰੂ ਦੇ ਉਪਦੇਸ਼ ਅਨੁਸਾਰ ਢਾਲਿਆ ਹੈ। ਉਹਨਾਂ ਤੇ ਝੂਠ ਦੀ ਕੰਸੋਹ ਤੱਕ ਨਹੀਂ ਪਹੁੰਚਦੀ, ਕਿਉਂਕਿ ਉਹ ਇਕਾਗਰ ਚਿੱਤ ਸਦਾ ਸੱਚ ਵਿੱਚ ਲੀਨ ਰਹਿੰਦੇ ਹਨ। ਜਿਨ੍ਹਾਂ ਨੇ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਸਫਲ ਕਰ ਲਿਆ ਹੈ ਉਹ ਹੀ ਉੱਤਮ ਵਪਾਰੀ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਨ੍ਹਾਂ ਦਾ ਮਨ ਨਿਰਮਲ ਹੈ ਗੁਰੂ ਸਦਾ ਉਹਨਾਂ ਦੇ ਅੰਗ ਸੰਗ ਸਹਾਈ ਹੁੰਦਾ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ। ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ। ਅੰਤਰ ਆਤਮੇ ਸੰਭਾਲੇ ਆਪ ਛੱਡ ਸਦਾ ਰਹੇ। ਪਰਨੇ ਗੁਰਬਿਨ ਅਵਰ ਨ ਜਾਣੇ ਕੋਏ। ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਏ ਬਿਨ ਸਤਗੁਰ ਮੁਕਤ ਨ ਪਾਵੇ। ਪਾਵੇ ਮੁਕਤ ਨ ਹੋਰ ਥੇ ਕੋਈ ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਨਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ। ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ।
जिनको नदर करम होवे, हिरदे तिना समानी, पीवो अमृत सदा रहो हर रंग, जप्यो सारंग पानी, कहे नानक सदा गावो ए सच्ची बाणी। सतगुर बिना होर कच्ची है बाणी, बाणी तां कच्ची सतगुर बाजो, होर कच्ची बाणी कहदे कच्चे, सुनदे कच्चे, कच्ची आख वखाणी, हर हर नित करे रसना, कया कछु न जानी, चित जिनका हिर लिया, माया बोलन पए रवानी, कहे नानक सतगुर बाजों होर कच्ची बाणी। ਜੋ ਕੋਈ ਸਿੱਖ ਜੋ ਗੁਰੂ ਦੀ ਆਗਿਆ ਵਿੱਚ ਅਤੇ ਦਿਲੋਂ ਗੁਰੂ ਦੇ ਨਾਲ ਰਹਿੰਦਾ ਹੈ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਉਂਦਾ ਹੈ ਅਤੇ ਉਹਦਾ ਹਿਰਦਾ ਗੁਰੂ ਨਾਲ ਜੁੜਿਆ ਰਹਿੰਦਾ ਹੈ, ਆਪਾ ਛੱਡ ਕੇ ਸਦਾ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ ਅਤੇ ਗੁਰੂ ਬਿਨਾਂ ਹੋਰ ਕਿਸੇ ਦੀ ਟੇਕ ਨਹੀਂ ਲੈਂਦਾ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ ਸੁਣੋ, ਅਜਿਹਾ ਸਿੱਖ ਗੁਰੂ ਦਾ ਆਗਿਆਕਾਰੀ ਹੈ। ਜਿਹੜਾ ਸਿੱਖ ਗੁਰੂ ਤੋਂ ਬੇਮੁਖ ਹੁੰਦਾ ਹੈ ਉਹ ਮੁਕਤੀ ਨਹੀਂ ਪਾ ਸਕਦਾ। ਭਾਵੇਂ ਵਿਚਾਰਵਾਨਾਂ ਨੂੰ ਇਹ ਪੁੱਛ ਵੇਖੋ, ਉਹ ਭਾਵੇਂ ਅਨੇਕਾਂ ਜੂਨਾਂ ਵਿੱਚ ਫਿਰ ਆਵੇ, ਸਤਿਗੁਰ ਤੋਂ ਬਿਨਾਂ ਉਹਨੂੰ ਮੁਕਤੀ ਨਹੀਂ ਮਿਲਦੀ। ਉਹਨੂੰ ਮੁਕਤੀ ਤਦ ਹੀ ਮਿਲੇਗੀ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਜਾਏਗਾ ਅਤੇ ਸਤਿਗੁਰ ਦਾ ਉਪਦੇਸ਼ ਸੁਣੇਗਾ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਤੁਸੀਂ ਇਹ ਵਿਚਾਰ ਕਰਕੇ ਦੇਖ ਲਵੋ, ਸਤਿਗੁਰ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਹੇ ਸਤਿਗੁਰ ਦੇ ਪਿਆਰਿਓ ਸਿੱਖੋ, ਆਓ ਸੱਚੀ ਬਾਣੀ ਦਾ ਕੀਰਤਨ ਕਰੀਏ, ਕਿਉਂਕਿ ਇਹ ਸਭ ਬਾਣੀਆਂ ਤੋਂ ਉੱਤਮ ਬਾਣੀ ਹੈ। ਜਿਨ੍ਹਾਂ ਨੇ ਉਹਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹਨਾਂ ਦੇ ਹਿਰਦੇ ਵਿੱਚ ਹੀ ਇਹ ਸਮਾਉਂਦੀ ਹੈ। ਗੁਰਬਾਣੀ ਦਾ ਅੰਮ੍ਰਿਤ ਪੀਓ, ਜਿਸ ਨਾਲ ਸਦਾ ਮਨ ਹਰੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਅਤੇ ਪਰਮਾਤਮਾ ਦਾ ਨਾਮ ਜਪੋ, ਜਿਸ ਦੇ ਹੱਥ ਵਿੱਚ ਇਹ ਸਾਰੀ ਸ੍ਰਿਸ਼ਟੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਸੱਚੀ ਬਾਣੀ ਦਾ ਸਦਾ ਹੀ ਕੀਰਤਨ ਕਰੋ। ਸਤਿਗੁਰ ਦੀ ਬਾਣੀ ਤੋਂ ਬਿਨਾਂ ਹੋਰ ਸਭ ਬਾਣੀ ਕੱਚੀ ਹੈ। ਹੋਰ ਸਭ ਬਾਣੀ ਜੋ ਸਤਿਗੁਰੂ ਦੀ ਉਚਾਰਨ ਨਹੀਂ ਕੀਤੀ ਹੋਈ ਕੱਚੀ ਹੈ। ਕੱਚੀ ਬਾਣੀ ਨੂੰ ਕਹਿਣ ਵਾਲੇ ਵੀ ਕੱਚੇ ਹਨ, ਉਸ ਨੂੰ ਸੁਣਨ ਵਾਲੇ ਵੀ ਕੱਚੇ ਹਨ ਅਤੇ ਕੱਚੇ ਹੀ ਉਸ ਦਾ ਵਖਿਆਨ ਕਰਦੇ ਹਨ। ਉਹਨਾਂ ਦੀ ਜ਼ੁਬਾਨ ਸਦਾ ਹੀ ਹਰੀ ਹਰੀ ਤਾਂ ਕਰਦੀ ਰਹਿੰਦੀ ਹੈ, ਪਰ ਨਿਰਾ ਜ਼ੁਬਾਨ ਹਿਲਾਇਆ ਕੁਝ ਨਹੀਂ ਬਣਦਾ। ਜਿਨ੍ਹਾਂ ਦਾ ਚਿੱਤ ਮਾਇਆ ਨੇ ਮੋਹ ਲਿਆ ਹੈ, ਉਹ ਬਿਨਾਂ ਸੋਚੇ ਸਮਝੇ ਬੋਲੀ ਤੁਰੀ ਜਾਂਦੇ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਸਤਿਗੁਰ ਦੀ ਬਾਣੀ ਤੋਂ ਬਿਨਾਂ ਹੋਰ ਸਾਰੀ ਬਾਣੀ ਕੱਚੀ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। शिव सख्त आप उपाय के, करता आपे हुक्म वरताए, हुक्म वरताए आप वेखे, गुरमुख किसे बुझाए, तोड़े बंधन होवे मुक्त, सबद मन वसाए, गुरमुख जिसनो आप करे सो होवे, एक स्यों लिव लाए, कहे नानक आप करता आपे हुक्म बुझाए। सिमरत शास्त्र पुन पाप विचार दे, तत्ते सार न जानी, तत्ते सार न जानी, गुर बाजों तत्ते सार न जानी। तही गुणी संसार परम सुता, सुत्या रहन विहानी, गुर किरपा ते से जन जागे, जिन्ना हर मन वसिया बोले अमृत बाणी, कहे नानक सो तत् पाए, जिसनो आन दिन हर लिव लागे, जागत रहन विहानी। माता के उदर में प्रतिपाल करे, सो क्यों मनो विसारिए, मनो क्यों विसारिए एवड़ दाता, जे अगर मैं आहार पहुँचावे, उसनों किहो पो न सकी, जिसनों अपनी लिव लावे, अपनी लिव आपे लाए, गुरमुख सदा संभालिए, कहे नानक एवड़ दाता सो क्यों मनो विसारिए। गुरु ਦਾ ਉਪਦੇਸ਼ ਬਹੁਮੁੱਲਾ ਰਤਨ ਹੈ, ਜਿਸ ਨਾਲ ਹੀਰੇ ਜੜੇ ਹੋਏ ਹਨ। ਇਸ ਬਹੁਮੁੱਲੇ ਰਤਨ ਨੇ ਮਨ ਨੂੰ ਮੋਹ ਲਿਆ ਹੈ ਅਤੇ ਉਸ ਦੇ ਵਿਚਾਰ ਵਿੱਚ ਮਨ ਲੀਨ ਹੋ ਗਿਆ ਹੈ। ਜਦੋਂ ਗੁਰੂ ਉਪਦੇਸ਼ ਵਿੱਚ ਮਨ ਲੀਨ ਹੋ ਜਾਵੇ ਤਾਂ ਉਸ ਸੱਚੇ ਪ੍ਰਾਤਮਾਤਮਾ ਨਾਲ ਪ੍ਰੀਤ ਲੱਗ ਜਾਂਦੀ ਹੈ। ਉਹ ਆਪ ਹੀ ਹੀਰਾ ਹੈ ਅਤੇ ਆਪ ਹੀ ਰਤਨ ਹੈ। ਉਹ ਹੀ ਇਸ ਦਾ ਮੁੱਲ ਪਾ ਸਕਦਾ ਹੈ ਜਿਸ ਨੂੰ ਉਹ ਇਸ ਬਾਰੇ ਗਿਆਨ ਬਖਸ਼ੇ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਉਪਦੇਸ਼ ਬਹੁਮੁੱਲਾ ਰਤਨ ਹੈ, ਜਿਸ ਨਾਲ ਹੀਰੇ ਜੁੜੇ ਹੋਏ ਹਨ। ਪਰਮਾਤਮਾ ਨੇ ਆਪ ਹੀ ਆਤਮਾ ਅਤੇ ਪ੍ਰਕਿਰਤੀ ਰਚੀ ਹੈ ਅਤੇ ਆਪ ਹੀ ਸਾਰੀ ਰਚਨਾ ਨੂੰ ਆਪਣੇ ਹੁਕਮ ਵਿੱਚ ਰੱਖਿਆ ਹੈ। ਆਪਣਾ ਹੁਕਮ ਵਰਤਾ ਕੇ ਇਸ ਸਾਰੀ ਰਚਨਾ ਨੂੰ ਉਹ ਆਪੇ ਹੀ ਵੇਖਦਾ ਹੈ। ਇਸ ਗੱਲ ਦੀ ਸਮਝ ਕਿਸੇ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ। ਉਹ ਗੁਰਸਿੱਖ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ। ਜੋ ਗੁਰੂ ਉਪਦੇਸ਼ ਮਨ ਵਿੱਚ ਵਸਾ ਲੈਂਦਾ ਹੈ, ਸੋ ਹੀ ਗੁਰਮੁਖ ਹੁੰਦਾ ਹੈ, ਜਿਸ 'ਤੇ ਉਹ ਆਪ ਬਖਸ਼ਿਸ਼ ਕਰਦਾ ਹੈ। ਉਹਦੀ ਲਿਵ ਇੱਕ ਪਰਮਾਤਮਾ ਨਾਲ ਜੁੜ ਜਾਂਦੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਉਹ ਆਪ ਹੀ ਹੁਕਮ ਬਣਾਉਣ ਵਾਲਾ ਹੈ ਅਤੇ ਉਹਦੀ ਮਿਹਰ ਨਾਲ ਹੀ ਹੁਕਮ ਦੀ ਸੂਝ ਪ੍ਰਾਪਤ ਹੁੰਦੀ ਹੈ।
ਸਿਮਰਤੀਆਂ ਤੇ ਸ਼ਾਸਤਰਾਂ ਵਿੱਚ ਪੁੰਨ ਅਤੇ ਪਾਪ ਵੱਲੋਂ ਬਹੁਤ ਕੁਝ ਬਿਆਨ ਕੀਤਾ ਗਿਆ ਹੈ, ਪਰ ਤੱਤ ਸਰੂਪ ਪਰਮਾਤਮਾ ਦੀ ਕੋਈ ਸੂਝ-ਬੂਝ ਨਹੀਂ ਮਿਲਦੀ। ਤੱਤ ਸਰੂਪ ਪਰਮਾਤਮਾ ਦਾ ਗਿਆਨ ਗੁਰੂ ਬਿਨਾਂ ਕਦੇ ਵੀ ਪ੍ਰਾਪਤ ਨਹੀਂ ਹੁੰਦਾ। ਸਾਰਾ ਸੰਸਾਰ ਤਿੰਨਾਂ ਗੁਣਾ ਤਮੋ ਰਜੋ ਸਤੋ ਦੇ ਝਮੇਲੇ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਤੇ ਇਸੇ ਤਰ੍ਹਾਂ ਸੁੱਤਿਆਂ ਹੀ ਇਸ ਦੀ ਸਾਰੀ ਉਮਰ ਬੀਤ ਜਾਂਦੀ ਹੈ। ਉਹੀ ਪੁਰਖ ਜਾਗਦੇ ਹਨ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਵਸਿਆ ਹੈ ਤੇ ਜੋ ਅੰਮ੍ਰਿਤ ਵਾਂਗ ਮਿੱਠੀ ਬਾਣੀ ਬੋਲਦੇ ਹਨ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਤੱਤ ਨੂੰ ਉਹੀ ਗਿਆਨ ਪ੍ਰਾਪਤ ਕਰਦਾ ਹੈ ਜੋ ਦਿਨ ਵੇਲੇ ਪਰਮਾਤਮਾ ਵਿੱਚ ਲੀਨ ਹੁੰਦਾ ਹੈ ਤੇ ਰਾਤ ਵੀ ਪਰਮਾਤਮਾ ਦੀ ਯਾਦ ਵਿੱਚ ਬਿਤਾ ਦਿੰਦਾ ਹੈ। ਜਿਹੜਾ ਪਰਮਾਤਮਾ ਮਾਤਾ ਦੇ ਪੇਟ ਵਿੱਚ ਜੀਵ ਦੀ ਪਾਲਣਾ ਕਰਦਾ ਹੈ, ਉਸ ਨੂੰ ਮਨ ਤੋਂ ਕਿਉਂ ਵਿਸਾਰੀਏ? ਐਡੇ ਵੱਡੇ ਦਾਤਾਂ ਨੂੰ ਕਿਉਂ ਭੁਲਾਈਏ ਜੋ ਮਾਤਾ ਦੇ ਪੇਟ ਦੀ ਅਗਨੀ ਵਿੱਚ ਵੀ ਖੁਰਾਕ ਪਹੁੰਚਾਉਂਦਾ ਹੈ? ਉਸ ਨੂੰ ਕੋਈ ਵਿਘਨ ਨਹੀਂ ਹੋ ਸਕਦਾ ਜਿਸ ਨੂੰ ਪਰਮਾਤਮਾ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਆਪਣੀ ਲਿਵ ਉਹ ਆਪ ਹੀ ਲਗਾਉਂਦਾ ਹੈ ਤੇ ਗੁਰਮੁਖ ਨੂੰ ਹੀ ਇਸ ਦੀ ਸੂਝ ਬਖਸ਼ਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਉਹ ਐਡਾ ਵੱਡਾ ਦਾਤਾ ਹੈ, ਉਸ ਨੂੰ ਮਨ ਤੋਂ ਕਿਉਂ ਵਿਸਾਰਿਆ ਜਾਏ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਈ, ਕਰਤੇ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਪਾਓ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟੋਂ ਰਹੇ ਲੋਕ ਵੇ ਲਾਏ। ਐਸਾ ਸਤਿਗੁਰ ਜੇ ਮਿਲੇ, ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੇ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ, ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਇਹ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ, ਮਨ ਹੁਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ। ਜਿਚਰ ਹਰ ਰਸ ਪੱਲੇ ਪਾਏ, ਹਰ ਰਸ ਪਾਏ ਪੱਲੇ ਪੀਏ। ਹਰ ਰਸ ਬੌੜ ਨਾ ਤ੍ਰਿਸ਼ਨਾ ਲਾਗੇ ਆਏ, ਇਹ ਹਰ ਰਸ ਕਰਮੀ ਪਾਈਏ। ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੇ ਮਨ ਆਏ। ਜਿਵੇਂ ਅਗਨੀ ਮਾਤਾ ਦੇ ਪੇਟ ਵਿੱਚ ਹੈ, ਇੰਝ ਹੀ ਬਾਹਰ ਮਾਇਆ ਹੈ। ਮਾਇਆ ਅਤੇ ਪੇਟ ਦੀ ਅਗਨੀ ਇੱਕੋ ਜਿਹੀਆਂ ਹਨ। ਇਹ ਸਭ ਪਰਮਾਤਮਾ ਦੀ ਰਚੀ ਖੇਡ ਹੈ। ਜਦੋਂ ਉਸ ਨੂੰ ਪਾਉਂਦਾ ਹੈ, ਬਾਲਕ ਜਨਮ ਲੈਂਦਾ ਹੈ ਤੇ ਸਾਰੇ ਪਰਿਵਾਰ ਨੂੰ ਖੁਸ਼ੀ ਹੁੰਦੀ ਹੈ। ਜਨਮ ਲੈਂਦੇ ਹੀ ਜੀਵ ਦੀ ਪਰਮਾਤਮਾ ਨਾਲ ਲਿਵ ਲੱਗੀ ਟੁੱਟ ਜਾਂਦੀ ਹੈ ਤੇ ਉਸ ਨੂੰ ਤ੍ਰਿਸ਼ਨਾ ਆ ਘੇਰਦੀ ਹੈ। ਇਸ ਤਰ੍ਹਾਂ ਤ੍ਰਿਸ਼ਨਾ ਦੇ ਰੂਪ ਵਿੱਚ ਮਾਇਆ ਆਪਣਾ ਜਾਲ ਫੈਲਾਉਂਦੀ ਹੈ। ਇਸ ਜਾਲ ਵਿੱਚ ਫਸ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਮੋਹ ਪੈਦਾ ਹੋ ਜਾਂਦਾ ਹੈ ਤੇ ਮਨੁੱਖ ਹਉਮੈ ਵਿੱਚ ਭਟਕਦਾ ਫਿਰਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਲਿਵ ਪਰਮਾਤਮਾ ਨਾਲ ਲੱਗ ਗਈ ਹੈ, ਉਹਨਾਂ ਇਸ ਮਾਇਆ ਵਿੱਚ ਰਹਿੰਦਿਆਂ ਵੀ ਉਸ ਨੂੰ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਆਪ ਅਮੁੱਲ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਕੋਈ ਵੀ ਉਹਦਾ ਮੁੱਲ ਨਹੀਂ ਪਾ ਸਕਦਾ, ਭਾਵੇਂ ਲੋਕ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰਨ। ਜੇ ਸੱਚਾ ਗੁਰੂ ਮਿਲ ਜਾਏ ਤੇ ਉਸ ਨੂੰ ਆਪਣਾ ਸਿਰ ਭੇਟ ਕਰ ਦਈਏ ਤਾਂ ਮਨ ਵਿੱਚੋਂ ਆਪਾ ਭਾਵ ਨਿਕਲ ਜਾਂਦਾ ਹੈ। ਇੰਝੇ ਜੀਵ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ ਤੇ ਪਰਮਾਤਮਾ ਹਿਰਦੇ ਵਿੱਚ ਆ ਵਸਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਪਰਮਾਤਮਾ ਅਮੋਲਕ ਹੈ ਤੇ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਉਹਦੀ ਪ੍ਰਾਪਤੀ ਹੋਈ ਹੈ। ਪਰਮਾਤਮਾ ਮੇਰੀ ਪੂੰਜੀ ਹੈ ਤੇ ਮਨ ਵਪਾਰੀ ਹੈ। ਇਹ ਗਿਆਨ ਮੈਨੂੰ ਸਤਿਗੁਰੂ ਨੇ ਬਖਸ਼ਿਆ ਹੈ। ਹਿਰਦੇ ਵਿੱਚ ਸਦਾ ਪਰਮਾਤਮਾ ਦਾ ਨਾਮ ਵਸਾਓ ਤੇ ਨਾਮ ਦੀ ਪੂੰਜੀ ਤੋਂ ਲਾਭ ਪ੍ਰਾਪਤ ਕਰੋ। ਇਹ ਧਨ ਕੇਵਲ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਪ੍ਰਸੰਨ ਹੋ ਕੇ ਬਖਸ਼ਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਪਰਮਾਤਮਾ ਮੇਰੀ ਪੂੰਜੀ ਹੈ ਤੇ ਮੇਰਾ ਮਨ ਵਪਾਰੀ ਬਣਿਆ ਹੈ। ਮੇਰੀ ਰਸਨਾ ਤੂੰ ਹੋਰ ਵੀ ਰਸਾਂ ਵਿੱਚ ਫਸੀ ਹੋਈ ਹੈ, ਜਿਸ ਕਾਰਨ ਤੇਰੀ ਪਿਆਸ ਨਹੀਂ ਬੁਝਦੀ। ਹੋਰ ਕਿਸੇ ਪ੍ਰਕਾਰ ਵੀ ਤੇਰੀ ਪਿਆਸ ਨਹੀਂ ਬੁਝਣੀ ਜਿੰਨਾ ਚਿਰ ਪਰਮਾਤਮਾ ਦੇ ਨਾਮ ਦਾ ਰਸ ਤੈਨੂੰ ਪ੍ਰਾਪਤ ਨਹੀਂ ਹੁੰਦਾ। ਜਦੋਂ ਤੈਨੂੰ ਪਰਮਾਤਮਾ ਦੇ ਰਸ ਦੀ ਪ੍ਰਾਪਤੀ ਹੋਏਗੀ ਤੇ ਤੂੰ ਇਸ ਰਸ ਨੂੰ ਪੀਏਂਗੀ ਤਾਂ ਤੇਰੇ ਲਾਗੇ ਹੋਰ ਕੋਈ ਤ੍ਰਿਸ਼ਨਾ ਨਹੀਂ ਆਏਗੀ। ਪਰ ਇਹ ਰਸ ਭਾਗਾਂ ਵਾਲਾ ਹੀ ਪ੍ਰਾਪਤ ਕਰਦਾ ਹੈ, ਜਿਸ ਨੂੰ ਸਤਿਗੁਰ ਆਪਣੀ ਮਿਹਰ ਨਾਲ ਆਪ ਆ ਮਿਲਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਹੋਰ ਸਾਰੇ ਰਸ ਵਿਸਰ ਜਾਂਦੇ ਹਨ ਜਦੋਂ ਪਰਮਾਤਮਾ ਮਨ ਵਿੱਚ ਆ ਵਸਦਾ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਵਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੁਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
मन चाओ पिया प्रभ आगम सुनिया, हर मंगल गाओ सखी गृह मंदिर बनिया। हर गाओ मंगल नित सखिए, सोग दुख न व्यापे। गुरचरण लागे दिन सुभागे, अपना पिर जापे। अणहत बाणी गुर शब्द जानी, हर नाम हर रस भोगो। कहे नानक प्रभ आप मिलिया, करन कारण जोगो। ए शरीरा मेरिया इस जग में आए के, क्या तुद कर्म कमाया। कि कर्म कमाया तुद शरीरा, जातू जग में आया। जिन हर तेरा रचन रचिया, सो हर मन ना वसाया। गुर प्रसादी हर मन वसिया, पूरब लिखिया पाया। कहे नानक ए शरीर परवान हुआ, जिन सतगुर स्यों चित लाया। ए नेत्रो मेरियो हर तुम में जोत तरी, हर बिन अवर न देखो कोई। हर बिन अवर न देखो कोई, नदरी हर निहालिया। ए विस संसार तुम देख दे, ए हर का रूप है। हर रूप नदरी आया, गुर प्रसादी बुझिया। जा वेखा हर एक है, हर बिन अवर न कोई। कहे नानक के नेत्र अंध से, सतगुर मिलिए दृढ़ दृष्ट होई। हे मेरे शरीर, परमात्मा ने अपनी जोत तेरे विच रखी, तद ही तू जग विच आया है। परमात्मा आप ही माता ते पिता है, जिसने जीव ਨੂੰ पैदा करके जगत रूपी तमाशा रचिया है। गुरु की कृपा नाल जदों ये ज्ञान प्राप्त होया, ਤਾਂ ਇਹ ਸੋਝੀ ਹੋਈ कि सारा संसार एक तमाशा है। गुरु अमरदास जी कहते हैं कि परमात्मा ने सृष्टि की रचना करके तेरे विच अपनी शक्ति की जोत रखी, जिस कारण तेरा इस संसार विच प्रवेश होया है। मन नूं बड़ा चाਅ चढ़ गया है जदों दा परमात्मा के आगमन बारे सुनिया है। हे सखियो, परमात्मा की उस्तत दे गीत गाओ, हुण ये घर प्रभु पूजा का उत्तम स्थान बन गया है। हे सखियो, सदा परमात्मा की उस्तत दे गीत गाओ, कोई सोग या दुख तुहाडे नेड़े नहीं आएगा। गुरु के चरनी लग्या साडे भागां भरे दिन आए हैं, ते असीं अपने प्रीतम नूं जान लिया है। गुरु उपदेश राहीं अद्भुत बाणी का ज्ञान होया, जिस कारण परमात्मा के नाम का रस प्राप्त होया है। गुरु अमरदास जी कहते हैं कि करनहार परमात्मा सानू आप मिलिया है। हे मेरे शरीर, इस संसार विच आके तू की प्राप्त किया है। हे शरीर, तू की काम किया है जदों दा तू इस संसार विच आया है। जिस परमात्मा ने तेरी रचना की है, उसनूं तू मन विच नहीं वसाया। गुरु की कृपा नाल परमात्मा मन विच वस गया है, जो पिछले किते कर्मां दा फल है। गुरु अमरदास जी कहते हैं कि उस शरीर का आना सफल होया है, जिसने सतगुर नाल चित लाया है। हे मेरी सखियो, परमात्मा ने तुहाडे विच जोत रखी है, इस कारण उस परमात्मा तो बिना होर किसे नूं ना वेखो। दृष्टि राਹੀਂ ही परमात्मा ਨੂੰ ਵੇਖਿਆ ਜਾਂਦਾ ਹੈ। ਇਹ ਵਿਸ਼ਾਲ ਸੰਸਾਰ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ, परमात्मा ਦਾ ਰੂਪ ਹੈ ਤੇ ਇਸ ਵਿੱਚੋਂ ਉਸੇ ਦਾ ਰੂਪ ਝਲਕ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਜਦ ਇਹ ਸਮਝ ਆਈ ਤਾਂ ਹਰ ਪਾਸੇ परमात्मा ਨਜ਼ਰੀ ਆਇਆ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਇਹ ਅੱਖਾਂ ਅੰਨੀਆਂ ਸਨ, ਪਰ ਸਤਿਗੁਰ ਦੇ ਮਿਲਾਪ ਨਾਲ ਇਹਨਾਂ ਨੂੰ ਰੱਬੀ ਨੂਰ ਪ੍ਰਾਪਤ ਹੋਇਆ ਹੈ। ऐ श्रवनो मेरियो साचे सुनने नो पठाए। साचे सुनने नो पठाए, शरीर लाए सुनो सतबाणी। सुनी जित सुनी मन तन हरिया, होआ रसना रस समानी। सच अलख विडाणी, ताकि गत कहीं न जाए। कहे नानक अमृत नाम, सुनो पवित्र होवो। साचे सुनने नो पठाए। हर जियो गुफा अंदर रख के, वाजा पवन वजाया। वजाया वाजा पवन, 9 द्वारे प्रगट किए। 10वां गुप्त रखाया। गुरुद्वारे लाए भावनी, एक ना 10वां द्वार दिखाया। तै अनेक रूप 9 नव निध, तिसदा अंत न जाई पाया। कहे नानक हर प्यारे जियो, गुफा अंदर रख के वाजा पवन वजाया। ए साचा सोहला साचे कर गावो। गावो तां सोहला कर साचे, जिथे सदा सच त्यावो। सच्चो त्यावो जा तुद भावे, गुरमुख जिना बुझावे। ए सच सबना का खसम है, जिस बख्शे सो जन पावे। कहे नानक सच सोहला सच्चे कर गावे। आनंद सुनो वडभागियो, सगल मनोरथ पूरे। पार ब्रह्म प्रभ पाया, उतरे सगल विसूरे। दुख रोग संताप उतरे, सुनी सच्ची बाणी। संत साजन पै सरसे, पूरे गुर ते जानी। सुनते पुनीत कहते पवित, सतगुर रहा पर पूरे। बिनवंत नानक गुर चरण लागे, वाजे अनहद तूरे। हे मेरे ਸਰਵਨੋ, ਸੁਣਾ परमात्मा ने ਤੁਹਾਨੂੰ ਸੁਣਨ ਲਈ ਬਣਾਇਆ ਹੈ ਤੇ ਸਰੀਰ ਨਾਲ ਲਾਇਆ ਹੈ। ਤੁਸੀਂ ਸੱਚੀ ਬਾਣੀ ਸੁਣੋ
ਜਿਸ ਦੇ ਸੁਣਨ ਨਾਲ ਮਨ ਤਨ ਵਿੱਚ ਖੇੜਾ ਆ ਜਾਂਦਾ ਹੈ ਤੇ ਰਸਨਾ ਪ੍ਰਭੂ ਦੇ ਰਸ ਵਿੱਚ ਲੀਨ ਹੋ ਜਾਂਦੀ ਹੈ। ਪਰਮਾਤਮਾ ਮਨ ਦੀ ਪਹੁੰਚ ਤੋਂ ਪਰੇ ਅਤੇ ਅਦਭੁਤ ਸਰੂਪ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਅੰਮ੍ਰਿਤ ਰੂਪੀ ਨਾਮ ਨੂੰ ਸੁਣੋ ਅਤੇ ਪਵਿੱਤਰ ਹੋਵੋ। ਤੁਹਾਨੂੰ ਸੱਚੇ ਪ੍ਰਭੂ ਨੇ ਨਾਮ ਸੁਣਨ ਲਈ ਰਚਿਆ ਹੈ। ਪਰਮਾਤਮਾ ਨੇ ਸਰੀਰ ਰੂਪੀ ਗੁਫਾ ਵਿੱਚ ਆਤਮਾ ਨੂੰ ਰੱਖ ਕੇ ਸਵਾਸਾਂ ਨਾਲ ਵਾਜਾ ਵਜਾਇਆ ਹੈ। ਸਵਾਸਾਂ ਨਾਲ ਸਰੀਰ ਵਿੱਚ ਹਵਾ ਦਾ ਵਾਜਾ ਵੱਜ ਰਿਹਾ ਹੈ। ਸਰੀਰ ਦੀਆਂ 9 ਇੰਦਰੀਆਂ, 2 ਅੱਖਾਂ, 2 ਕੰਨ, 2 ਨਾਸਾਂ, 1 ਮੂੰਹ, 1 ਲਿੰਗ, 1 ਗੁੱਦਾ ਪ੍ਰਤੱਖ ਹਨ ਤੇ ਅਨੁਭਵ ਕਰਨ ਦੀ 10ਵੀਂ ਸ਼ਕਤੀ ਗੁਪਤ ਰੱਖੀ ਹੋਈ ਹੈ। ਜਿਨ੍ਹਾਂ ਨੇ ਸ਼ਰਧਾ ਨਾਲ ਗੁਰੂ ਘਰ ਨੂੰ ਸੇਵਿਆ ਹੈ, ਸਤਿਗੁਰੂ ਨੇ ਉਹਨਾਂ ਨੂੰ 10ਵਾਂ ਦਵਾਰ ਵੀ ਵਿਖਾ ਦਿੱਤਾ ਹੈ। ਉਸ 10ਵੇਂ ਦਵਾਰ ਵਿੱਚ ਅਨੇਕਾਂ ਰੂਪ, ਨਾਮ ਅਤੇ ਬੇਸ਼ੁਮਾਰ ਦੌਲਤ ਹੈ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਪਰਮਾਤਮਾ ਨੇ ਸਰੀਰ ਰੂਪੀ ਗੁਫਾ ਵਿੱਚ ਜੀਵ ਆਤਮਾ ਨੂੰ ਰੱਖ ਕੇ ਸਵਾਸਾਂ ਰਾਹੀਂ ਹਵਾ ਦਾ ਵਾਜਾ ਵਜਾਇਆ ਹੈ। ਇਹ ਸੱਚਾ ਸੋਹਿਲਾ ਸੱਚੇ ਘਰ ਵਿੱਚ ਗਾਓ, ਸੱਚੇ ਘਰ ਵਿੱਚ ਸੋਹਿਲੇ ਨੂੰ ਗਾਓ, ਜਿੱਥੇ ਸਦਾ ਸੱਚ ਦਾ ਸਿਮਰਨ ਹੁੰਦਾ ਹੈ। ਜਦੋਂ ਤੂੰ ਪ੍ਰਸੰਨ ਹੁੰਦਾ ਹੈ ਤਾਂ ਗੁਰਮੁਖਾਂ ਨੂੰ ਤੂੰ ਗਿਆਨ ਬਖਸ਼ਦਾ ਹੈ ਤੇ ਉਹਨੂੰ ਸੱਚੇ ਪਰਮਾਤਮਾ ਦਾ ਸਿਮਰਨ ਕਰਦੇ ਹਨ। ਇਹ ਸੱਚ ਸਭਨਾਂ ਦਾ ਮਾਲਕ ਹੈ, ਪਰ ਜਿਸ ਤੇ ਤੂੰ ਬਖਸ਼ਿਸ਼ ਕਰੇ ਉਹੀ ਉਸ ਨੂੰ ਪ੍ਰਾਪਤ ਕਰਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਇਹ ਸੱਚਾ ਸੋਹਿਲਾ ਸੱਚੇ ਘਰ ਗਾਇਆ ਜਾਏ। ਹੇ ਵੱਡੇ ਭਾਗਾਂ ਵਾਲਿਓ, ਆਨੰਦ ਬਾਣੀ ਨੂੰ ਸੁਣੋ, ਤੁਹਾਡੇ ਸਾਰੇ ਮਨੋਰਥ ਪੂਰੇ ਹੋ ਜਾਣਗੇ। ਪਰਮੇਸ਼ਵਰ ਨੂੰ ਪ੍ਰਾਪਤ ਕਰਨ ਨਾਲ ਸਾਰੇ ਦੁੱਖ ਅਤੇ ਸ਼ੰਕੇ ਦੂਰ ਹੋ ਜਾਂਦੇ ਹਨ। ਸੱਚੀ ਬਾਣੀ ਸੁਣਨ ਨਾਲ ਦੁੱਖ ਰੋਗ ਤੇ ਚਿੰਤਾ ਦੂਰ ਹੋ ਜਾਂਦੇ ਹਨ। ਪੂਰਨ ਗੁਰੂ ਤੋਂ ਬਾਣੀ ਸੁਣ ਕੇ ਸੰਤਾਂ ਤੇ ਸੱਜਣ ਪੁਰਸ਼ਾਂ ਵਿੱਚ ਖੇੜਾ ਆ ਜਾਂਦਾ ਹੈ। ਬਾਣੀ ਸੁਣਨ ਵਾਲੇ ਤੇ ਪੜ੍ਹਨ ਵਾਲੇ ਪਵਿੱਤਰ ਹੁੰਦੇ ਹਨ, ਕਿਉਂਕਿ ਬਾਣੀ ਵਿੱਚ ਸਤਿਗੁਰ ਆਪ ਵਸ ਰਿਹਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜੋ ਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿੱਚ ਅਦਭੁਤ ਸ਼ਹਿਨਾਈਆਂ ਵੱਜਦੀਆਂ ਰਹਿੰਦੀਆਂ ਹਨ। ਸ਼ਲੋਕ: ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕਹਿ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 2 ਥਾਵਾਂ ਤੇ ਦਰਜ ਹੈ, ਇੱਕ ਜਪਜੀ ਦੇ ਅੰਤ ਵਿੱਚ ਤੇ ਦੂਜੇ ਵਾਰਮਾਜ ਦੀ ਤਥਾ ਸ਼ਲੋਕ ਮਹੱਲਾ ਪਹਿਲਾ ਵਿੱਚ, ਜਿਸ ਦੇ ਕਰਤਾ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਹਨ। ਹਵਾ ਗੁਰੂ ਰੂਪ ਹੈ। ਜਿਸ ਤਰ੍ਹਾਂ ਗੁਰੂ ਆਤਮਾ ਨੂੰ ਚਾਨਣਾ ਬਖਸ਼ਦਾ ਹੈ, ਹਵਾ ਸਰੀਰ ਨੂੰ ਜੀਵਨ ਬਖਸ਼ਦੀ ਹੈ। ਅਸੀਂ ਉਨਾ ਚਿਰ ਹੀ ਜੀਵਤ ਰਹਿ ਸਕਦੇ ਹਾਂ ਜਿੰਨਾ ਚਿਰ ਸਾਹ ਲੈਂਦੇ ਰਹੀਏ। ਪਾਣੀ ਪਿਤਾ ਰੂਪ ਹੈ ਤੇ ਜਿਵੇਂ ਪਿਤਾ ਬੱਚਿਆਂ ਦੀ ਪਾਲਣ ਪੋਸ਼ਣ ਕਰਦਾ ਹੈ, ਤਿਵੇਂ ਹੀ ਪਾਣੀ ਸਾਡੀ ਪਾਲਣ ਪੋਸ਼ਣ ਕਰਦਾ ਹੈ ਤੇ ਹਰਿਆ ਭਰਿਆ ਤੇ ਖਿੜਿਆ ਰੱਖਦਾ ਹੈ। ਇਹ ਮਹਾਨ ਧਰਤੀ ਮਾਤਾ ਰੂਪ ਹੈ। ਜਿਵੇਂ ਮਾਤਾ ਜਨਮ ਦੇ ਕੇ ਆਪਣੇ ਪਵਿੱਤਰ ਪਿਆਰ ਨਾਲ ਬੱਚੇ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਹੈ, ਤਿਵੇਂ ਹੀ ਇਹ ਧਰਤੀ ਖੁਰਾਕ, ਮਹਿਕ ਦੇ ਫੁੱਲ, ਹੀਰੇ ਜਵਾਹਰਾਤ ਆਦਿ ਬਖਸ਼ਦੀ ਹੈ ਤੇ ਅੰਤ ਨੂੰ ਆਪਣੇ ਵਿੱਚ ਹੀ ਇੱਕਮਿਕ ਕਰ ਲੈਂਦੀ ਹੈ। ਦਿਨ ਰਾਤ ਦੀ ਗੋਦ ਵਿੱਚ ਇਹ ਸਾਰਾ ਜਗਤ ਖੇਡਦਾ ਤੇ ਪਲਦਾ ਹੈ। ਇਨਸਾਫ ਕਰਨ ਵਾਲਾ ਪਰਮਾਤਮਾ ਧਰਮਰਾਜ ਦੇ ਰੂਪ ਵਿੱਚ ਚੰਗੇ ਮੰਦੇ ਅਮਲਾਂ ਦਾ ਨਿਰਣਾ ਕਰਦਾ ਹੈ। ਆਪੋ ਆਪਣੇ ਕਰਮਾਂ ਅਨੁਸਾਰ ਹੀ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਤੇ ਕਈ ਦੂਰ ਹੋ ਜਾਂਦੇ ਹਨ। ਜਿਨ੍ਹਾਂ ਨੇ ਵੀ ਪਰਮਾਤਮਾ ਦਾ ਨਾਮ ਜਪਿਆ ਹੈ ਤੇ ਭਗਤੀ ਦੀ ਕਰੜੀ ਘਾਲ ਕਰ ਲਈ ਹੈ, ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਚਿਹਰਿਆਂ ਤੋਂ ਰੱਬੀ ਨੂਰ ਝਲਕਦਾ ਹੈ ਤੇ ਉਹਨਾਂ ਨਾਲ ਲੱਗ ਕੇ ਹੋਰ ਕਈਆਂ ਦਾ ਕਲਿਆਣ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।